ਕਾਨੂੰਨਾਂ ਦੇ ਖਿਲਾਫ ਪਤਾ ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਵੀ ਲਿਆਂਦਾ ਸੀ, ਲੇਕਿਨ ਉਹ ਜੇ ਉਸ ਤਰੀਕੇ ਨਾਲ ਜਿਹੜੀ ਅਮੈਂਡਮੈਂਟ ਦੀ ਕੋਈ ਹੋਰ ਲੋੜ ਸੀ, ਜਿਸ ਤਰ੍ਹਾਂ ਸੁਧਾਰ ਕੇ ਉਹ ਸੀ ਲਿਆਂਦਾ ਹੈ। ਅਤੇ ਇਹ ਦੱਸ ਕੇ ਕਿ ਸਾਡਾ ਫਾਈਨਲ ਸਾਡਾ ਸਟੈਂਡ ਸਰਕਾਰ ਦਾ ਆ ਹੈ, ਕਿਸੇ ਕੀਮਤ 'ਤੇ ਲਾਗੂ ਨਹੀਂ ਕਰਾਂਗੇ। ਨੰਬਰ 1 ਜਿਹਨੂੰ ਠੋਸ ਕਹਿੰਦੇ ਕਲੈਰਿਟੀ ਨਾਲ। ਨੰਬਰ 2 ਜਿਹੜਾ BSF ਦੇ ਵਿੱਚ ਵੀ ਕੁਝੀਆਂ ਚਾਲਾਂ ਮੋਦੀ ਜੀ ਦੀ ਸਰਕਾਰ ਚੱਲ ਰਹੀ ਹੈ। ਨਾ ਤਾਂ ਖੇਤੀ ਕਸੂਨਾਂ ਬਾਰੇ ਪੁੱਛਿਆ, ਸਾਡੀਆਂ ਜਥੇਬੰਦੀਆਂ ਬਣੀਆਂ ਨੈਸ਼ਨਲ ਲੈਵਲ 'ਤੇ ਬਣੀਆਂ ਖੇਤੀਆਂ ਦੀਆਂ, ਕਿਸੇ ਨੂੰ ਪੁੱਛਿਆ ਹੀ ਨਹੀਂ। ਨਾ ਹੀ ਕਿਸੇ ਵੀ ਰਾਜਸੀ ਪਾਰਟੀ ਨਾਲ ਡਿਸਕਸ਼ਨ ਕੀਤੀ, ਰਾਜ ਸਭਾ ਜਾਂ ਲੋਕ ਸਭਾ 'ਚ ਠੋਸਿਆ, ਧੱਕੇ ਨਾਲ ਡਿਕਟੇਟਰਸ਼ਿਪ ਦਾ ਸ਼ੋਅ ਦਿੱਤਾ। ਇਵੇਂ ਜਿਵੇਂ BSF ਦਾ ਤੁਸੀਂ ਤਾਂ ਆਪਾਂ ਸਾਰੇ ਸੰਗਰੂਰ ਦੇ ਜਾਣਦੇ ਹਾਂ, ਜਿਹੜਾ ਪੰਜਾਬ ਡਿਊਰਿੰਗ ਅੱਤਵਾਦ ਲੜਿਆ ਹੈ ਅਤੇ ਜੰਮੂ ਕਸ਼ਮੀਰ ਅਜੇ ਵਿਚਾਲੇ ਪਿਆ ਹੈਗਾ, ਅਤੇ ਉਸ ਪੰਜਾਬ ਦੇ ਵਿੱਚ ਤੁਸੀਂ ਅੱਜ ਅਨਨੈਸੈਸਰਲੀ 50-50 ਕਿਲੋਮੀਟਰ ਦੇ ਨਾਲ ਸਾਡੇ ਹੱਕਾਂ 'ਤੇ ਛਾਪਾ ਮਾਰ ਰਹੇ ਹੋ। ਇਹ ਅਸੀਂ BJP ਦੀ ਭਾਰਤ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਹਿਲਾਂ ਹੀ ਛੋਟਾ ਰਹਿ ਗਿਆ। ਅਕਾਲੀ ਦਲ ਦੀ ਜਾਂ ਕਈ ਸਾਥੀ ਸੀ ਉਦੋਂ ਇਕੱਠੇ, ਉਹਨਾਂ ਦੀ ਬਦੌਲਤ ਦੇ ਨਾਲ, ਅਤੇ ਇਸ ਛੋਟੇ ਪੰਜਾਬ ਦੇ ਉੱਪਰ ਡਾਕੇ ਨਾ ਮਾਰੋ। ਔਰ ਮੈਨੂੰ ਇੱਕ ਗੱਲ 'ਤੇ ਅਫਸੋਸ ਜ਼ਰੂਰ ਹੋਇਆ ਹੈ, ਮੈਂ ਅੱਜ ਵੀ ਦੇਖ ਰਹੀ ਸੀ, ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਉਹਨਾਂ ਨੇ ਕਿਹਾ ਸੀਗਾ ਅੱਛਾ ਹੈ ਜਾਂ ਵੈਲਕਮ, ਅੱਜ ਵੀ ਕਹਿੰਦੇ ਸੀ ਸਿਕਿਉਰਿਟੀ ਲਈ ਹੈ, ਫਲਾਣੇ ਲਈ ਹੈ। ਚੰਗੀ ਤਰ੍ਹਾਂ ਉਹਨਾਂ ਨੂੰ ਯਾਦ ਹੋਣਾ ਹੈ ਕਿ ਸਿਕਿਉਰਿਟੀ ਦੇ ਦਿਨ ਜਿਹੜੇ ਹੈਗੇ ਹੈ, ਅਸੀਂ ਸਾਡੇ ਆਪਣੇ ਲੋਕਾਂ ਨੇ ਸਮਰਥਨ ਦਿੱਤਾ, ਸਾਡੀ ਵਿਲ ਸੀ, ਇਹ ਪੰਜਾਬ ਦੇ ਵਿੱਚੋਂ ਅਸੀਂ ਸਾਰਾ ਕੁਝ ਲੜੇ ਉਸ ਵਕਤ ਵੀ। ਲੇਕਿਨ ਕੈਪਟਨ ਸਾਹਿਬ ਤਾਂ ਮਦਈ ਰਹੇ ਨੇ ਵੱਧ ਅਧਿਕਾਰਾਂ ਦੇ। ਇਹਨਾਂ ਤਾਂ ਰੈਜ਼ੋਲੂਸ਼ਨ ਮਤਾ ਅਨੰਦਪੁਰ ਸਾਹਿਬ ਦਾ ਪਿਆ, ਗਵਾਹੀ ਭਰਦਾ ਅਜੇ ਤੱਕ ਵੀ ਕਿ ਹੱਕ ਨਹੀਂ ਖੋਣੇ ਚਾਹੀਦੇ। ਅੱਜ ਕੀ ਮਜਬੂਰੀ ਚੋਣ ਲੜੇਗਾ ਕਿ ਦੇਖੋ, ਬਿਲਕੁਲ ਮੈਂ ਲੜਾ ਚਾਹੇ ਰਾਹੁਲ ਲੜਦਾ ਹੈਗਾ, ਇਹ ਤਾਂ ਫੈਸਲਾ ਪਾਰਟੀ ਨੇ ਕਰਨਾ ਹੈ। ਸਾਡੇ ਚੋਂ, ਸਾਡੇ ਟੱਬਰ ਚੋਂ ਅਸੀਂ ਇਲੈਕਸ਼ਨ ਆਪਣੇ ਹਲਕੇ ਤੋਂ ਮੈਂ ਅੱਗੇ ਨਹੀਂ ਛੱਡ ਕੇ ਭੱਜੀ। ਮੈਨੂੰ ਬੜੀਆਂ ਆਫਰਾਂ ਸੀਗੀਆਂ, ਮੈਨੂੰ ਅੱਜ ਵੀ ਆ ਰਹੀਆਂ ਨੇ ਆਫਰਾਂ, ਬਾਹਰਲੇ ਜ਼ਿਲ੍ਹਿਆਂ ਤੋਂ ਵੀ ਆ ਰਹੀਆਂ ਹੈਗੀਆਂ। ਮੈਂ ਉਹ ਵੀਕਰ ਹਲਕਾ ਹੈ, ਕਮਜ਼ੋਰ ਹਲਕਾ ਹੈ, ਮੈਂ ਉਹਨੂੰ ਛੱਡਣਾ ਨਹੀਂ ਚਾਹੁੰਦੀ। ਮੇਰੇ ਨਾਲ ਉਹਦੇ ਜਜ਼ਬਾਤੀ ਰਿਸ਼ਤੇ ਬਣੇ ਹੋਏ ਨੇਗੇ। ਸਾਡੇ ਪਰਿਵਾਰ ਵੱਲੋਂ ਜੇ ਇਲੈਕਸ਼ਨ ਲੜਨੀ ਹੈ ਤਾਂ ਉੱਥੋਂ ਹੀ ਲੜੂਗਾ। ਕਰ ਲਿਆ ED ਨੇ, ਪੁੱਛਗਿੱਛ ਲਈ ਬੁਲਾਇਆ ਸੀਗਾ, ਤੁਹਾਡੇ ਕਾਂਗਰਸ ਦੇ ਹੁਣ MLA ਸੀਗੇ, ਉਹ ਕੀ ਕਹਿਣਾ ਚਾਹੁੰਗੇ? ਉਹ ਤਾਂ ਸਾਡੀ ਪਾਰਟੀ ਦੇਖੋ ਤਾਂ ਚੱਲਦਾ ਰਹਿੰਦਾ ਕੰਮ, ਉਹ ਪਹਿਲਾਂ ਆਪਦੇ ਸੀ, ਇਹ ਆਪ ਵਾਲਿਆਂ ਨੂੰ ਪੁੱਛ ਲਿਓ ਸਵਾਲ ਕਰਕੇ। ਉੱਥੇ ਕੋਈ ਵੀ ED ਕਿਸੇ ਨੂੰ ਬੁਲਾ ਸਕਦੀ ਹੈ, ਪੁੱਛਗਿੱਛ ਕਰ ਸਕਦੀ ਹੈ, ਜੇ ਕੋਈ ਉਹਨਾਂ ਕੋਲ ਹੋ ਜਵਾਬ ਦੇਣਗੇ ਉਹ, ਇਹ ਤਾਂ ਕਾਰਵਾਈ ਹੁੰਦੀਆਂ। ਗ੍ਰਿਫਤਾਰ ਕਰ ਲਿਆ, ਇਹ ਕਹਿੰਦੇ ਉਹਦੇ ਵਿੱਚ ਮੈਂ ਕੁਛ ਨਹੀਂ ਕਰ ਸਕਦੀ, ਮੈਨੂੰ ਪਤਾ ਨਹੀਂ ਕੀ ਪੁਆਇੰਟ ਨੇ ਕਿਸੇ ਗੱਲ ਦੇ ਉੱਤੇ ਅਣਜਾਣੇ ਵਿੱਚ ਮੈਂ ਗੱਲ ਕਿਉਂ ਕਰਾਂ, ਕਿਉਂ ਕੀਤਾ, ਕਿਵੇਂ ਕੀਤਾ, ਇਹਦੇ ਬਾਰੇ ਸਾਰੇ ਪੱਖ ਰੱਖਣਗੇ, ਸੁਖਪਾਲ ਖਹਿਰਾ ਜੀ ਰੱਖਣਗੇ, ਸੱਚ ਹੈ ਕਿ ਝੂਠ ਹੈ ਕਿ ਕੀ ਹੋਇਆ। ਕੈਪਟਨ ਸਾਹਿਬ ਨੇ ਤਾਂ ਨਹੀਂ ਕਿਹਾ ਵੀ ਕਿਤੇ ਆ ਜੋ ਆਏ ਨਹੀਂ ਹੈਗੇ, ਉਹਨਾਂ ਨਾਲ ਨਹੀਂ ਖੜੇ? ਨਹੀਂ ਦੇਖੋ, ਮੈਂ ਐਵੇਂ ਅਨਨੈਸੈਸਰਲੀ ਕਿਸੇ ਤੇ ਵੀ ਦੂਸ਼ਣ ਲਾਵਾਂ, ਚਾਹੇ ਕੁਛ ਵੀ ਹੋਵੇ, ਮੈਂ ਨਿੱਜੀ ਕਿਸੇ ਤੇ ਅਨਨੈਸੈਸਰਲੀ ਜਿੱਥੇ ਤੱਕ ਮੇਰੀ ਜਾਣਕਾਰੀ ਨਹੀਂ, ਮੈਂ ਨਹੀਂ ਉਹ ਦੂਸ਼ਣ ਲਾਉਂਦੀ। ਕੈਪਟਨ ਸਾਹਿਬ ਨੇ ਡਰਾਇਆ ਸੀਗਾ, ਉਹ ਕਿਹਾ ਸੀਗਾ ਵੀ 2022 ਚ ਕਿੰਨੀਆਂ ਸੀਟਾਂ ਲੈਣ ਸਫਾਇਆ ਹੋਊ ਦੂਜੀਆਂ ਪਾਰਟੀਆਂ ਦਾ। ਇੱਥੇ ਅੱਜ ਬੈਠ ਕੇ ਆਪਾਂ ਰੈਸਟ ਹਾਊਸ 'ਚ ਗੱਲ ਕਰ ਰਹੇ ਹਾਂ, ਸਫਾਇਆ ਅੱਜ ਦੇਖਿਓ ਝੜ ਕੇ ਕਿੰਨੇ ਭੱਜਣ। ਮੈਂ ਦੱਸਿਆ ਵੀ MLA ਕੋਈ ਡਰਾਰ ਤੇ ਨਹੀਂ ਪਾਰਟੀ ਹੈ ਜੀ, ਆਪ ਦੇ ਹੋਰ MLA ਵੀ ਕਾਂਗਰਸ ਚ ਆ ਸਕਦੇ। ਮੈਂ ਤੁਹਾਨੂੰ ਇਹ ਕਹਿੰਦੀ ਕਈ ਪਾਰਟੀਆਂ ਦੇ ਹੈ, ਪਰ ਅੱਜ ਮੈਡਮ ਇਹਨਾਂ ਟਕਸਾਲੀ ਕਾਂਗਰਸੀਆਂ ਨੂੰ ਧੱਕਾ ਨਹੀਂ ਵੱਜੀ ਟਿਕਟਾਂ ਮਿਲੇ। ਖਿਆਲ ਹਮੇਸ਼ਾ ਸੇ ਟਕਸਾਲੀ ਕਾਂਗਰਸੀਆਂ ਦੀ ਪਹਿਲ ਦੇ ਆਧਾਰ ਤੇ ਰੱਖਿਆ ਜਾਊਗਾ, ਟਕਸਾਲੀ ਕਾਂਗਰਸੀਆਂ ਦਾ ਪਹਿਲ ਦੇ ਆਧਾਰ ਤੇ ਰੱਖਿਆ ਜਾਊ। ਲੇਕਿਨ ਸਾਡਾ ਜਿਹੜਾ ਹੈਗਾ ਪੈਮਾਨਾ, ਸਾਡੀ ਪਾਰਟੀ ਦਾ ਪੈਮਾਨਾ ਇਹ ਹੈਗਾ ਕਿ ਅਸੀਂ ਸੀਟ ਜਿੱਤ ਕੇ ਸਰਕਾਰ ਬਣਾਉਣੀ ਹੈ। ਆਹ ਜਿਹੜੇ ਲਾਗੂ ਕੀਤੇ ਅਸੀਂ ਇਹ ਨਹੀਂ ਕਿ 3 ਮਹੀਨੇ ਲਈ ਲਾਗੂ ਕੀਤੇ, 4 ਮਹੀਨੇ ਲਾਗੂ ਕੀਤੇ, ਅਸੀਂ ਇਹਨਾਂ ਨੂੰ ਪੱਕੇ ਤੌਰ ਤੇ ਇੱਕ ਵਾਅਦਾ ਕਰਕੇ ਤੁਰੇ ਹਾਂ ਕਿ ਪੱਕੇ ਤੌਰ ਤੇ ਪੰਜਾਬ ਤੇ ਲਾਗੂ ਕਰਨਾ। ਪੰਜਾਬ ਤੇ ਲਾਗੂ ਕਰਨ ਵਾਸਤੇ ਇਹੀ ਸਰਕਾਰ ਜੇ ਆਉਂਦੀ ਹੈ, ਦੂਜੀ ਅਕਾਲੀ ਦਲ ਤੋਂ ਹੋਰ ਉਮੀਦ ਜਿੱਤਣ ਵਾਲੇ ਵੀ ਕਾਂਗਰਸ ਕਿੱਥੇ ਜੀ। ਇਸੇ ਕਰਕੇ ਮੈਂ ਕਹਿੰਦੀ ਬਿਸਤਰਾ ਬੋਰੀਆ ਬੰਨਤਾ, ਫਿਰ ਬੰਨਤਾ ਨਾ ਬਿਸਤਰਾ ਬੋਰੀਆ, 4 ਸਾਲ ਨਹੀਂ ਕੀਤੇ। ਬੀਬੀ ਜੀ ਕੈਪਟਨ ਕਰ ਲੈਣ ਦੇ, ਦੋ ਬੰਦੇ ਜਵਾਬ ਦੇ ਲੱਗਦੇ ਉਹ ਤੁਸੀਂ ਬੈਠਾ। ਅਸੀਂ ਇਹ ਗੱਲ ਸਾਡੇ ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਤੋਂ ਵੋਕਲ ਸੀਗੇ ਜੀ ਕੈਪਟਨ ਸਾਹਿਬ ਦੇ ਖਿਲਾਫ। ਤੁਸੀਂ ਕਹਿੰਦੇ ਰਹੇ ਵੀ ਬ੍ਰਦਰ ਆ ਮੇਰਾ ਕੈਪਟਨ, ਕੈਪਟਨ ਸਾਹਿਬ ਕਹਿੰਦੇ ਰਹੇ ਸਿਸਟਰ ਆ ਮੇਰੀ। ਅੱਜ ਤੁਸੀਂ ਇਹ ਕਹਿ ਰਹੇ ਹੋ ਵੀ ਕੈਪਟਨ ਸਾਹਿਬ ਦੇ ਵੇਲੇ ਵਿਕਾਸ ਦੀ ਦੌਰ ਬਹੁਤ ਘੱਟ ਸੀਗੀ, ਸਪੀਡ ਬਹੁਤ ਘੱਟ ਸੀਗੀ, ਹੁਣ ਇੱਕਦਮ ਤੁਹਾਡਾ ਵੀ ਸਟੈਂਡ ਚੇਂਜ ਹੋ ਗਿਆ। ਨਹੀਂ, ਮੇਰਾ ਚੇਂਜ ਨਹੀਂ ਹੋਇਆ, ਚੇਂਜ ਹੋਇਆ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਨਾ। ਉਦੋਂ ਵੀ ਮੈਂ ਕਹਿੰਦੀ ਸੀ ਮੇਰੇ ਵੱਡਾ ਭਰਾ, ਤੇ ਅੱਜ ਵੀ ਕਹਿੰਦੇ ਹਾਂ। ਉਦੋਂ ਵੀ ਮੈਂ ਕਿਹਾ ਸੀ ਨਵਜੋਤ ਸਿੱਧੂ ਮੇਰਾ ਛੋਟਾ ਭਾਈ ਹੈ, ਤੇ ਅੱਜ ਵੀ ਕਹਿੰਦੇ ਹਾਂ। ਸਾਡਾ ਨਿੱਜੀ ਮਾਮਲਿਆਂ 'ਚ ਕੋਈ ਰਿਸ਼ਤਾ ਈਰਖਾ ਨਹੀਂ ਹੈ। ਲੇਕਿਨ ਕੈਪਟਨ ਸਾਹਿਬ ਨੇ ਹੁਣ ਜਦੋਂ ਉਹ ਬਦਲ ਗਏ, ਮੈਂ ਤਾਂ ਨਹੀਂ ਬਦਲੀ, ਉਹ ਬਦਲ ਗਏ। ਉਸ 'ਤੇ ਮੈਂ ਉਹਨਾਂ ਨੂੰ ਜੋ ਮੇਰੇ ਘਰ ਵੀ ਮਿਲਣ ਆਏ ਸੀ, ਮੈਂ ਇਹ ਕਿਹਾ ਸੀਗਾ ਕਿ ਪਾਰਟੀ ਨੇ ਬਹੁਤ ਕੁਛ ਦਿੱਤਾ, ਤੁਸੀਂ ਖੁਦ ਸੋਨੀਆ ਜੀ ਕੋਲ ਜਾਓ। ਇਹ ਮੈਂ ਰਹਿ ਤਾਂ ਬੋਲੀਆਂ ਕਿ ਕੰਪੈਰੀਜ਼ਨ ਕਰਕੇ ਹੀ ਲੋਕ ਵੋਟ ਪੈਣਗੇ ਨਾ, ਕਿ ਕਿਹੜੀ ਪਾਰਟੀ ਦੇ ਕੀ ਕੀਤਾ। ਹੁਣ ਆਪ ਪਾਰਟੀ ਜੇ ਤੁਸੀਂ ਗੱਲ ਕਰਦੇ ਹੋ, ਆਪ ਪਾਰਟੀ ਦੇ ਵਿੱਚੋਂ 10 MLA ਜਿੱਤੇ ਵੇ ਛੱਡ ਕੇ ਬਾਕੀ ਸਰਕਾਰ ਤਾਂ ਬਣਨੀ ਕੀ ਸੀ, ਬਣੇ ਵੇ ਛੱਡ ਗਏ। ਅਕਾਲੀ ਦਲ ਦੇ ਵਿੱਚੋਂ
ਟੁੱਟ ਕੇ ਜਿਹਨੂੰ ਉਹ ਕਹਿੰਦੇ ਆ ਸੰਯੁਕਤ ਅਕਾਲੀ ਮੋਰਚਾ ਜਾਂ ਅਕਾਲੀ ਦਲ ਬਣ ਕੇ ਆ ਕੇ ਉਹ ਗਿਆ, ਉਹ ਵੀ ਗਾਹਾਂ ਟੁੱਟ ਫੁੱਟ ਹੋ ਗਿਆ। ਅਜੇ ਜਿਵੇਂ ਕਹਿੰਦੇ ਕੋਹ ਨਾ ਚੱਲੀ ਬਾਬਾ ਤੇ ਹਾਈ, ਉਹਦੇ ਵਿੱਚੋਂ ਵੀ 3 ਵਿਚਾਰਾ ਸਿੱਖਵਾਂ ਬਹੁਤ ਸ਼ਰੀਫ ਬਹੁਤ ਅੱਛੇ ਲੀਡਰ ਸੀ, ਚਾਹੇ ਦੂਜੀ ਪਾਰਟੀ ਦੇ ਸੀਗੇ, ਉਹ ਚਲੇ ਗਏ। ਸਾਡੇ ਆ ਜਿਹੜੇ ਮੋਗੇ ਵਾਲਾ ਹੈ ਧੜਕ ਸਿੰਘ, ਉਹ ਛੱਡ ਕੇ ਚਲਿਆ ਗਿਆ। ਵੀਰਦੁਰ ਸਿੰਘ ਦਾ ਲੱਗਦਾ ਜਿਵੇਂ ਉਸ ਦੇ ਉੱਤੇ ਸਮਾਨ ਪਾਇਆ ਬੇਟਾ ਇੱਥੇ ਖੜਾ, ਜਿਸ ਢੀਂਡਸਾ ਸਾਹਿਬ ਨੇ ਨੋਟਿਸ ਦਿੱਤਾ ਹੈ, ਅਤੇ ਮੈਨੂੰ ਲੱਗਦਾ ਉਹ ਵੀ ਡਗਮਗਾਉਂਦਾ। ਜਿਹੜੀ ਪਾਰਟੀ ਨੇ ਜੇ ਇਲੈਕਸ਼ਨ ਹੀ ਲੜੀ ਗਏ ਨਹੀਂ, ਅਤੇ ਉਹ ਪਾਰਟੀ ਛੱਡ ਗਈ। ਅਕਾਲੀ ਦਲ ਦੇ 2 ਫਾੜ ਕਈ ਫਾੜ ਹੋ ਗਏ ਹੈ, ਔਰ ਅਕਾਲੀ ਦਲ ਦੇ ਸਮੇਂ ਦੇ ਵਿੱਚ ਜਿਹੜਾ ਸਾਰਾ ਕੁਛ ਉਹਨਾਂ 'ਤੇ ਦੂਸ਼ਣ ਲੱਗ ਰਿਹਾ, ਕਹਿੰਦੇ ਆ ਕਿ ਇਹਨਾਂ ਦੀ ਸਾਥ ਸੀ ਬੀਜੇਪੀ ਨਾਲ ਜੋ ਸਾਰੀਆਂ ਗੱਲਾਂ ਹੋ ਰਹੀਆਂ ਸੀਗੀਆਂ 2 ਟੁਕ ਹੋ ਕੇ, ਉਦੋਂ ਉਹਨਾਂ ਦੇ ਵਕੀਲ ਬਣ ਕੇ ਇੱਥੇ ਬੋਲਦੇ ਰਹੇ ਨੇ ਕਿ ਠੀਕ ਰਹਿਣਗੇ, ਫਾਇਦੇ 'ਚ ਰਹਿਣਗੇ। ਇਹ ਵੱਖਰੀ ਗੱਲ ਹੈ ਕਿ ਹੁਣ ਉਹ ਚੋਰ ਮੋਰੀ ਨਿਕਲ ਲਈ, ਕਹਿੰਦੇ ਕਿ ਸਾਡੇ ਨਾਲ ਧੋਖਾ ਕੀਤਾ, ਸਾਨੂੰ ਕਿਹਾ ਗਿਆ ਸੀਗਾ, ਹੋਇਆ ਨਹੀਂ, ਛੱਡ ਕੇ ਆਏ ਨੇ। ਚਲੋ ਅਜੇ ਮੈਂ ਕਹਿੰਦਾ ਲੇਟ ਆਏ ਇਸ ਮਾਮਲੇ 'ਚ, ਅਜੇ ਵੀ ਸਾਰੀਆਂ ਪਾਰਟੀਆਂ ਨੂੰ ਮੈਂ ਕਹਿੰਦੀ ਹਾਂ ਜੇ ਆਏ ਅਜੇ ਵੀ ਤਾਂ ਠੀਕ ਕੀਤੀਆਂ। ਹੁਣ ਸਾਡਾ ਇਹਨਾਂ ਨਾਲ ਮੁਕਾਬਲਾ ਲੈ, ਮੈਨੂੰ ਦੱਸੋ ਕਿਹੜੀ ਪਾਰਟੀ ਬੀਜੇਪੀ ਤੋਂ ਕੋਈ ਪਿੰਡਾਂ 'ਚ ਨਹੀਂ ਵੜਨ ਦਿੰਦਾ। ਅਕਾਲੀ ਦਲ ਦਾ ਹਾਲ ਤੁਸੀਂ ਆਪ ਦੇਖਦੇ ਹੋ ਕਿ ਉਹਦੀ ਸੀਟਾਂ ਬਚਾ ਲੈਣ, ਅਤੇ ਜਿਹੜੀ ਆ ਹੈਗੀ ਆ ਆਪ ਆਦੀ ਪਾਰਟੀ 'ਚ ਮੈਂ ਕਹਿੰਦੀ ਉਹ 'ਚ ਛੱਡ ਕੇ ਚਲੇ ਗਏ 10 MLA, ਅਜੇ ਹੋਰ ਜਾਣੇ ਆ ਆਉਣ ਵਾਲੇ ਸਮੇਂ 'ਚ। ਇੱਥੇ ਇਹ ਅਜੇ ਤੱਕ ਤਿਆਰ ਨਹੀਂ ਹੋਏ ਜਿਹੜੇ ਕੇਜਰੀਵਾਲ ਜੀ ਹੈ, ਇਹ ਮੈਂ ਇਹਨਾਂ ਨੂੰ ਮੋਦੀ ਸਾਹਿਬ ਅਤੇ ਕੇਜਰੀਵਾਲ ਜੀ ਨੂੰ ਵੱਡੇ ਛੋਟੇ ਭਾਈ ਕਹਿੰਦੀ ਹਾਂ। ਇਹ ਸਾਰੇ ਜਿਹੜੇ ਹੈਗੇ ਨੇ ਪੰਜਾਬ ਨੂੰ ਪਤਾ ਨਹੀਂ ਕਿਉਂ ਨਫ਼ਰਤ ਕਰਦੇ ਆ। ਕੇਜਰੀਵਾਲ ਜੀ ਜੇ ਪੰਜਾਬ 'ਚ ਆਏ ਸੀ ਇੱਕ ਵਾਰ, ਪਾਣੀ ਇੱਥੇ ਕਹਿਤਾ ਦੱਬੀ ਜ਼ਬਾਨ ਨਾਲ ਕਿਸੇ ਨੇ ਬੋਲਣਾ ਚਾਹੀਦਾ, ਉੱਥੇ ਜਾ ਕੇ ਨੇ ਹਰਿਆਣੇ ਦਾ ਦਿੱਲੀ ਜਾ ਕੇ ਦਿੱਲੀ ਨੂੰ ਦੇਣਾ ਚਾਹੀਦਾ। ਪਾਣੀਆਂ 'ਤੇ ਡਾਕਾ ਪੰਜਾਬ ਦੇ 'ਤੇ ਮਾਰਨ ਵਾਲਾ ਪੰਜਾਬ 'ਚੋਂ ਵੋਟਾਂ ਪਾਲਦਾ। ਫਿਰ ਇਵੇਂ ਜਿਵੇਂ ਇਹੀ ਨਹੀਂ, ਅਸੀਂ ਪੰਜਾਬੀ ਜਿਹੜੀ ਕਿਸੇ ਥਾਂ 'ਤੇ ਵੀ ਕੋਈ ਹੋਰ ਗੱਲ ਪੰਜਾਬ ਦੇ ਫਾਇਦੇ 'ਚ ਕਰਦੇ ਆ, ਉੱਥੇ ਮੱਥਾ ਟੇਕਣ ਵਾਸਤੇ ਸਾਡੀਆਂ ਧਾਰਮਿਕ ਸਥਾਨ ਸੀ ਸਾਡੇ ਬਣੇ ਵੇ, ਉਹਨਾਂ ਥਾਵਾਂ 'ਤੇ ਵੀ ਇਹਨਾਂ ਨੇ ਸਰਕਾਰੀ ਉਸਾਰੀ ਨਜਾਇਜ਼ ਉਸਾਰੀ ਕਰਕੇ ਢਾਹ 'ਤੇ ਪੈਰਵੀ ਨਹੀਂ ਦਿੱਤੀ ਆ ਕੇ। ਆ ਸਭ ਤੋਂ ਪਹਿਲਾਂ ਕਾਨੂੰਨਾਂ ਦੀ ਨੋਟੀਫਿਕੇਸ਼ਨ ਕਿਹਨੇ ਕੀਤੀ? ਇਹਨਾਂ ਨੇ ਕੀਤੀ। ਇਸ ਕਰਕੇ ਜਿਹੜੀਆਂ ਇਹ ਪਾਰਟੀਆਂ ਹੈ ਅਤੇ ਅਜੇ ਹੁਣ ਕੀ ਕਰਦੇ, ਪਹਿਲਾਂ ਯੂਪੀ ਵਾਲਾ ਕਿ ਲਿਆਂਦਾ ਵਾ ਸੀ, ਉਹ ਇੱਥੇ ਬਿਠਾਇਆ ਵਾ ਸੀ, ਹੁਣ ਇੱਕ ਦਿੱਲੀ ਦਾ ਬਿਠਾਤਾ। ਕਿਉਂ ਬਈ ਪੰਜਾਬ ਦਾ ਪਾਣੀ ਇੰਨਾ ਕੌੜਾ ਅਤੇ ਮਾੜਾ? ਪੰਜਾਬ ਦੀ ਮਿੱਟੀ ਉਹ ਤਾਂ ਦੇਖੋ ਬਹਾਦਰਾਂ ਦੀ ਮਿੱਟੀ ਹੈ, ਸੰਘਰਸ਼ ਲੜਦੀ ਹੈ, ਕਿਉਂ ਨਹੀਂ ਪੰਜਾਬ ਦੇ ਹੱਥ 'ਚ ਦਿੰਦੇ? ਜਦੋਂ ਵੀ ਉਹ ਪਰਨੇ ਪਾਉਣੇ ਆ, ਕੁਛ ਪਾਉਣੇ ਆ, ਹੋਰ ਕੁਛ ਕਰਨਾ, ਤਾਂ ਉਹ ਫਿਰ ਬਾਹਰਲਿਆਂ ਨੂੰ ਕਰਦੇ ਨੇ। ਪੰਜਾਬ ਦੇ ਵਿੱਚੋਂ ਉਹਨਾਂ ਨੂੰ ਅਜੇ ਤੱਕ ਕੋਈ ਲੀਡਰ ਪਸੰਦ ਨਹੀਂ ਆਇਆ, ਨਾ ਉਹ ਕਿਸੇ ਨੂੰ ਬਾਗਡੋਰ ਦੇਣਾ ਚਾਹੁੰਦੇ ਆ, ਮਜਬੂਰੀ ਹੱਥ ਕੀ ਕਰਨਾ ਪਵੇ। ਇਸ ਲਈ ਸਾਰੇ ਲੋਕ ਸਮਝ ਚੁੱਕੇ ਆ, ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਸਾਡੇ ਨਾਲ। ਕਿਹੜੀ ਮੈਡਮ ਜਿਹੜਾ ਹੈਗਾ ਨਵਜੋਤ ਸਿੱਧੂ ਆਪ ਤੇ ਅਕਾਲੀ ਦਲ ਤਾਂ 2 ਫੜ ਨੇ ਤੁਸੀਂ ਕਹਿ ਰਹੇ ਹੋ, ਕਾਂਗਰਸ ਇਕਜੁੱਟ ਹੈ ਜੀ? ਕਾਂਗਰਸ ਸਾਡੀ ਪਾਰਟੀ ਇਸ ਕਰਕੇ ਮੈਂ ਕਹਿੰਦੀ ਗਲਤ ਹੋਇਆ। ਦੇਖੋ ਮਨੀਸ਼ ਤਿਵਾੜੀ ਨੇ ਜਾਂ ਰਵਨੀਤ ਬਿੱਟੂ ਨੇ ਤਾਂ ਇਹ ਕਹਿਤਾ ਵੀ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਓ ਫਿਰ ਲੋਕਾਂ ਨੂੰ ਖੁਸ਼ ਕਰੋ। ਡਿਫਰੈਂਟ ਓਪੀਨੀਅਨ, ਕਿਸ ਤਰ੍ਹਾਂ ਦੇ ਨਾਲ ਮੈਂ ਇਸ ਤਰ੍ਹਾਂ ਕਹਿ ਰਹੀ ਹਾਂ, ਡਿਫਰੈਂਟ ਓਪੀਨੀਅਨ 'ਚ ਕਿਸੇ ਦੀ ਵੀ ਹੋ ਸਕਦੀ ਹੈ, ਡੈਮੋਕ੍ਰੇਸੀ ਹੈ, ਵਿਦਨ ਪਾਰਟੀ ਡੈਮੋਕ੍ਰੇਸੀ ਹੈ, ਬੋਲ ਸਕਦੇ ਆ, ਆਵਾਜ਼ ਕੱਢ ਸਕਦੇ ਆ। ਲੇਕਿਨ ਸਾਡੀ ਪਾਰਟੀ ਦੇ ਵਿੱਚ ਇਹ ਕੋਈ ਨਹੀਂ ਕਹਿ ਸਕਦਾ ਕਿ ਮੈਂ ਕਾਂਗਰਸ ਨੂੰ ਨਹੀਂ ਮੰਨਦਾ ਅਤੇ ਮੈਂ ਵੱਖਰੀ ਪਾਰਟੀ ਬਣਾਈ। ਕੈਪਟਨ ਨੇ ਬਣਾਈ ਹੈ, ਆਈ ਐਗਰੀ, ਮੈਂ ਮੰਨਦੀ ਹੈਗੀ ਹਾਂ। ਇਸੇ ਕਰਕੇ ਮੈਂ ਪਹਿਲਾਂ ਸ਼ੁਰੂ 'ਚ ਇਹੀ ਗੱਲ ਹੀ ਕਹੀ ਕਿ ਮੈਨੂੰ ਅਫਸੋਸ ਹੈ ਕਿ ਕੈਪਟਨ ਨੇ ਬੁਲਾਈ, ਕਿਉਂਕਿ ਕੈਪਟਨ ਨੂੰ ਉਹਨਾਂ ਨੇ ਅੱਜ ਪਾਰਟੀ ਬਣਾਈ ਹੈ, ਪਹਿਲਾਂ ਉਹਨਾਂ ਨੇ 96 98 'ਚ ਵੀ ਬਣਾਈ ਸੀਗੀ, 97 'ਚ ਵੀ ਬਣਾਈ ਸੀਗੀ। ਉਹ ਪਾਰਟੀਆਂ ਕਿਹਦੇ ਇਸ਼ਾਰੇ 'ਤੇ ਕਿਉਂ ਕੀ ਮਜਬੂਰੀਆਂ, ਇਹਦੀ ਗੱਲ ਤਾਂ ਉਹੀ ਦੱਸਣਗੇ। ਪਰ ਮੈਂ ਜਿਹੜੀ ਆਈਡੀਓਲੋਜੀਕਲੀ ਤੋਂ ਸੋਚਦੀ ਰਹੀ ਹਾਂ, ਮੇਰੀ ਵੀ ਲੜਾਈ ਰਹੀ ਕੈਪਟਨ ਸਾਹਿਬ ਨਾਲ ਰਹੀ ਹੈਗੀ ਹੈ, ਮੈਂ ਨਹੀਂ ਗਿਣਦੀ। ਉਹ ਤਾਂ ਵੇਲੇ ਸਿਰ ਦਾ ਕਰਕੇ ਕਰ ਲੈਂਦੇ ਹੈਗੇ ਆ ਸਾਰਿਆਂ ਥਾਵਾਂ ਤੋਂ, ਉਹ ਜਿਹਾ ਨੂੰ ਜੋ ਫਿੱਟ ਹੋਵੇ। ਲੇਕਿਨ ਬਾਕੀ ਚਾਹੇ ਸੁਨੀਲ ਜਾਖੜ ਦੀ ਤੁਸੀਂ ਗੱਲ ਕੀਤੀ ਹੈ, ਚਾਹੇ ਕਿਸੇ ਦੀ ਗੱਲ ਕੀਤੀ ਹੈ, ਕੋਈ ਬੰਦਾ ਨਹੀਂ ਕਹਿੰਦਾ। ਸਿੱਧੂ ਦੀ ਗੱਲ ਸੁਣੀ ਹੈਗੀ, ਉਹਨੇ ਕਿਹਾ ਸੀ ਕਿ ਮੈਂ ਨਾ ਕਾਂਗਰਸ ਛੱਡਾਂ, ਨਾ ਮੈਂ ਪ੍ਰਿਯੰਕਾ ਜੀ, ਨਾ ਮੈਂ ਰਾਹੁਲ ਜੀ, ਨਾ ਮੈਂ ਸੋਨੀ ਛੱਡਾਂ, ਮੈਂ ਇੱਥੇ ਖੜ੍ਹਾ। ਉਹਨਾਂ ਨੇ ਪੁਆਇੰਟ ਲਏ ਆ, ਨੇ ਉਹ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਪੁਆਇੰਟ ਚੱਕਣੇ ਚਾਹੀਦੇ ਆ। ਕਮੀਆਂ ਸਰਕਾਰ ਤੋਂ ਵੀ ਰਹਿ ਸਕਦੀਆਂ, ਸੁਝਾਅ ਦੇਣੇ ਚਾਹੀਦੇ ਨੇ, ਉਹ ਪੁਆਇੰਟ ਸਰਕਾਰ ਨੇ ਮੰਨੇ। ਪਰ ਗੱਲ ਇਹ ਹੈ ਨਾ ਜੀ, ਸਰਕਾਰ ਆਈ ਹੈ, ਫਿਰ ਸਾਡੀ ਸਰਕਾਰ ਦੇ ਉਸ ਤਰ੍ਹਾਂ ਦੇ ਲੋਕਾਂ ਦੀ ਨਬਜ਼ ਸਮਝਣ ਵਾਲੇ ਮੁੱਖ ਮੰਤਰੀਆਂ ਨੇ, ਜਿਸ ਤਰੀਕੇ ਨਾਲ 36,000 ਸਾਡੇ ਸਾਰਿਆਂ ਵਰਗਾਂ ਦੇ ਪੱਕੇ ਮੁਲਾਜ਼ਮ ਕਰਨ ਦਾ ਤੁਸੀਂ ਸਾਰਿਆਂ ਨੇ ਪੜ੍ਹੇ ਹੈਗੇ ਆ, ਫੈਸਲੇ ਲਏ ਆ। ਕਿਵੇਂ ਜਿਹੜੀ 415 ਰੁਪਏ ਵਧਾਏ ਆ DC ਰੇਟ ਦੇ ਵਿੱਚ ਕਰਕੇ ਆ ਕੇ, ਕਿਸ ਤਰੀਕੇ ਦੇ ਨਾਲ ਸਾਰੇ ਮੁਲਾਜ਼ਮ ਵਰਗ ਲਈ ਇਹਨਾਂ ਨੇ ਫੈਸਲੇ ਲਏ ਨੇ। ਮੈਨੂੰ ਅੱਜ ਖੁਸ਼ੀ ਇਸ ਕਰਕੇ ਹੋਈ ਹੈ ਕਿ ਮੈਂ ਉਸ ਵਕਤ ਪੌਦਾ ਬੀਜ ਬੂਜਿਆ ਸੀ ਜਿਹਦੇ 'ਤੇ ਅੱਜ ਫਰੂਟ ਲੱਗਿਆ ਹੈ, ਕਿ ਮੈਨੂੰ ਖੁਸ਼ੀ ਹੈ। ਇਹ ਵੀ ਮੇਰਾ ਕਾਰਨ ਸੀ ਤੁਹਾਡੇ ਕੋਲ ਆਉਣਾ ਸਬੂਤ, ਅਤੇ ਇਹ ਸਾਰੀਆਂ ਗੱਲਾਂ ਮੈਂ ਦੱਸ ਸਕਾਂ। ਸੋ ਇਸੇ ਤਰ੍ਹਾਂ ਨਾਲ ਜਿਹੜੀ ਹੈਗੀ ਹੈ ਸਾਡੇ ਦੂਜੀਆਂ ਚੀਜ਼ਾਂ ਦੇ ਵਿੱਚ ਵੀ ਇਹ ਜਿਹੜੇ BJP ਵਾਲੇ ਕਹਿੰਦੇ ਆ ਜਾਂ ਹੋਰ ਕਹਿੰਦੇ ਆ, ਰੇਤਾ ਬਾਜਰੀ ਸਾਰਿਆਂ ਨੂੰ ਤੁਹਾਨੂੰ ਪਤਾ ਹੈਗਾ ਕਿ ਕਿੰਨਾ ਮਿਲਦਾ ਸੀ, 16 ਰੁਪਏ ਜਾਂ 22 ਰੁਪਏ ਆਪਾਂ ਦਰਮਿਆਨੇ ਸਾਰੇ ਲੈਂਦੇ ਹਾਂ। 30 ਰੁਪਏ ਸਾਨੂੰ ਪਰ ਜਿਹੜਾ ਹੈਗਾ ਪ੍ਰਤੀ ਕਿਊਬਿਕ ਫੁੱਟ ਮਿਲਦਾ ਸੀ। ਅੱਜ ਕਿੰਨਾ 9 ਰੁਪਏ ਹੋ ਗਿਆ, ਅੱਜ 5.50 ਦਾ ਅਸੀਂ ਘਟਾਇਆ। 5 ਰੁਪਏ ਮੈਡਮ, 9 ਰੁਪਏ ਆਇਆ ਹੋਇਆ WhatsApp ਤੇ ਵੀ। 9 ਮੈਂ ਤੁਹਾਨੂੰ ਦੱਸਦੀ ਹਾਂ, ਖਰੀਦੂਗਾ ਉਹਦੇ ਉੱਪਰ ਕਾਰਵਾਈ ਕੀਤੀ ਜਾਊ। ਮੇਰੀ ਗੱਲ ਇਟ ਮੀਨਸ ਵੀ ਮਤਲਬ ਯੂ ਡੋਨਟ ਨੋ। ਤੁਸੀਂ ਕੁਐਸਚਨ ਕਰ ਲਿਓ, ਮੈਨੂੰ ਬੋਲਣ ਦਿਓ। ਨਹੀਂ ਬੋਲ ਰਿਹਾ ਮੈਂ, ਮੈਂ ਇਸੇ ਕਰਨੀ ਆ। ਇਸ ਪਾਲਿਸੀ ਮੁਤਾਬਕ ਸਾਡੀ ਜਿਹੜੀ ਆਪਣੀ ਸਰਕਾਰ ਨੇ ਕੀਤਾ ਹੈਗਾ 5 ਰੁਪਏ ਤੋਂ 50 ਪੈਸੇ ਪ੍ਰਤੀ ਕਿਊਸਿਕ ਫੁੱਟ ਜਿਹੜਾ ਹੈਗਾ ਉਹ ਮੁਹੱਈਆ ਕਰਾਵਾਂਗੇ ਡੰਡੇ ਨਾਲ। ਅਗਲੀ ਗੱਲ ਤੁਸੀਂ ਕਹਿੰਦੇ ਕਸਤੇ ਆਇਆ ਪਿਆ,
ਅਜੇ ਆਇਆ ਪਿਆ ਹੈ, ਅਜੇ ਪਾਸ ਕੀਤਾ ਕੈਬਨਿਟ ਨੇ। ਜਿਹੜਾ ਕੋਈ ਕਰੂਗਾ ਆ ਕੇ, ਤਾਂ ਤੁਸੀਂ ਇਹ ਵੀ ਦੇਖਿਓ ਕਿ ਅੰਦਰ ਕਿਵੇਂ ਜਾਂਦੇ ਹੈਗੇ ਨੇ, ਫਿਰ ਮੈਨੂੰ ਸਵਾਲ ਕਰਿਓ ਇਸ ਤੋਂ ਬਾਅਦ ਜੇ ਨਾ ਹੋਇਆ ਤਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਗੱਲ ਅਸੀਂ ਲਾਗੂ ਕਰਾਂਗੇ। ਤੀਜੀ ਚੀਜ਼ ਜਿਹੜੀ ਹੈਗੀ ਹੈ, ਸਾਰਿਆਂ ਨੂੰ ਜਿਵੇਂ ਅਸੀਂ ਕਿਹਾ 200 ਯੂਨਿਟ ਸਾਰੇ ਕਰਕੇ ਫੈਸਲੇ ਕੀਤੇ ਨੇ। ਜਿਹੜੇ ਆ ਤੁਹਾਡੇ ਸਾਹਮਣੇ ਗੱਲਾਂ ਕਰਦੇ ਆ ਬੜੀਆਂ ਵੱਡੀਆਂ, ਸਾਡੇ 3 ਪਾਰਟੀਆਂ ਨੂੰ ਉਂਗਲਾਂ ਉਠਾਈਆਂ ਹੈ। ਕਿਹੜੀਆਂ ਉਠਾਈ ਹੈ? ਬੀਜੇਪੀ ਨੇ। ਮੈਂ ਕੱਲ੍ਹ ਕੋਈ ਡਿਸਕਸ਼ਨ ਸੁਣ ਰਹੀ ਸੀ, ਤੁਸੀਂ ਵੀ ਸਾਰਿਆਂ ਨੇ ਸੁਣੀ ਹੋਣੀ ਹੈਗੀ। ਇੱਕ ਅਕਾਲੀ ਦਲ ਵਾਲੇ, ਇੱਕ ਆਪ ਵਾਲੇ। ਮੈਂ ਤਿੰਨਾਂ ਨੂੰ ਸਵਾਲ ਕਰਦੀ ਹਾਂ ਕਿ ਤੁਸੀਂ ਜਿੱਥੇ ਸੀ ਚੰਗੀ ਗੱਲ, ਮੁਲਾਜ਼ਮ ਭਰਾ ਤਾਂ ਸਾਡੇ ਚਲੋ ਜੇ ਕੋਈ ਕਿੰਤੂ ਪਰੰਤੂ ਰਹਿ ਗਿਆ ਉਹਨਾਂ ਨੂੰ ਹੱਕ ਹੈ ਉਹ ਕਿੰਤੂ ਪਰੰਤੂ ਕਰਨ, ਹੋਰ ਵੀ ਮੰਗਣ। ਅਸੀਂ ਸੁਣਿਆ 4 ਹਫ਼ਤੇ ਤੋਂ ਸੁਣ ਰਿਹਾ, ਸਾਡਾ ਪ੍ਰਗਟ ਸਿੰਘ ਬੈਠ ਕੇ ਕੀਤਾ। ਜੇ ਕਿਸੇ ਥਾਂ 'ਤੇ ਕੋਈ ਕਮੀ ਪੇਸ਼ੀ ਰਹੀ ਹੈ ਤਾਂ ਉਹਨਾਂ ਦਾ ਹੱਕ ਹੈਗਾ। ਇਹਨਾਂ ਨੂੰ ਕੀ ਹੱਕ ਹੈ ਜੀ? ਕੀ ਕਿਹਾ ਸੀ ਕੇਜਰੀਵਾਲ ਨੇ? 20,000 ਪੱਕਾ ਕਰੂੰਗਾ। ਲੈ ਇੱਕ ਨਹੀਂ ਬੰਦਾ ਪੱਕਾ ਕੀਤਾ ਦਿੱਲੀ ਦੇ ਵਿੱਚ, ਮੈਂ ਚੈਲੰਜ ਕਰਦੀ ਉਹਨਾਂ ਨੂੰ। ਕੀ ਕਿਹਾ ਸੀ ਮੋਦੀ ਜੀ ਨੇ, ਬੀਜੇਪੀ ਵਾਲਿਆਂ ਨੇ? 2 ਕਰੋੜ ਬੰਦੇ ਭਰਤੀ ਕਰੂੰਗਾ। ਦੱਸ ਦਿਓ ਮੈਨੂੰ ਕੀ ਕੀਤਾ 2 ਕਰੋੜ? 15 ਲੱਖ ਕਿਹਾ ਸੀ ਕਿ ਮੈਂ ਹਰੇਕ ਦੀ ਜੇਬ 'ਚ ਪਾਊਂਗਾ। ਦੱਸ ਦਿਓ ਮੈਨੂੰ ਤੁਹਾਡੇ ਕਿਸੇ ਜੇਬ 'ਚ ਪਿਆ ਹੈਗਾ? ਸਾਡੇ ਤਾਂ ਪਿਆ ਨਹੀਂ ਕਿਸੇ ਦੀ 'ਚ। ਇਹ ਕੀਤਾ। ਇਹ ਪਾਰਟੀਆਂ ਔਰ ਅਕਾਲੀ ਦਲ ਵਾਲੇ ਜਿਹਨਾਂ 10 ਸਾਲ ਤੱਕ ਏਜੰਡਾ ਛੇੜਿਆ ਨਹੀਂ, ਕੁਛ ਵੀ ਨਹੀਂ ਕੀਤਾ ਇਹਨਾਂ ਨੇ। ਇਸ ਕਰਕੇ ਸਾਡੀ ਜਿਹੜੀ ਇਹ ਸੀਗੀ ਅੱਜ ਦੀ ਵਕਤ ਜਿਹੜੀ ਮੈਂ ਕਹੀ ਹੈ ਕਰਜ਼ਾ ਮਾਫੀ, ਸਾਨੂੰ ਪਹਿਲਾਂ ਕਹਿ ਦਿੰਦੇ ਆ ਕਿ ਤੁਸੀਂ ਆਪਣਾ ਕੀ ਕੀਤਾ ਜੀ। 10 ਸਾਲਾਂ 'ਚ ਸਲੋ ਨਹੀਂ ਕਰਨੀ ਚਾਹੀਦੀ ਸੀ, ਉਹ ਸਲੋ ਕੀਤੀ। ਡਿਊ ਟੂ ਦੈਟ ਰੀਜ਼ਨ ਸਾਡੀ ਸ਼ਾਇਦ ਹਾਈ ਕਮਾਂਡ ਨੇ ਸੋਚਿਆ ਹੋਵੇ ਕਿ ਵਾਅਦੇ ਪੂਰੇ ਕੀਤੇ ਆ, ਕਿਉਂਕਿ ਸੋਨੀਆ ਜੀ ਹਮੇਸ਼ਾ ਰਿਵਿਊ ਕਰਦੇ ਹੁੰਦੇ ਆ ਵਾਅਦਿਆਂ ਨੂੰ, ਅਤੇ ਉਨੀ ਤੇਜ਼ੀ ਨਹੀਂ ਆਈ ਜਿੰਨੀ ਆਉਣੀ ਚਾਹੀਦੀ ਸੀ। ਜੇ ਕੋਈ ਚੇਂਜ ਕਰਨੀ ਪਈ ਤਾਂ ਕੀ ਗੱਲ ਹੋ ਗਈ ਹੈ? ਇੰਨੇ ਸਾਲਾਂ ਦਾ ਸਮਾਂ ਦਿੱਤਾ ਹੈ, ਜੇ ਕੋਈ ਗੱਲ ਹੋ ਗਈ ਤਾਂ ਵੱਡੇ ਦਿਲ ਨਾਲ ਕਹਿਣਾ ਚਾਹੀਦਾ ਸੀ ਕਿ ਧੰਨਵਾਦੀ ਹਾਂ, ਸਭ ਤੋਂ ਵੱਧ ਸਮਾਂ ਦਿੱਤਾ। ਅਤੇ ਅੱਜ ਮੈਂ ਹੀ ਸਗੋਂ ਦੱਸੋ ਕੀ ਚਾਹੁੰਦੇ ਮੈਂ ਮੂਹਰੇ ਪੇਸ਼ ਕਰਦਾ। ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। 2012 ਦੇ ਵਿੱਚ ਜੇ ਮੈਨੂੰ ਉਸ ਵਕਤ ਮੇਰੀ ਥਾਂ 'ਤੇ ਜਾਖੜ ਸਾਹਿਬ ਨੂੰ ਲਿਆਂਦਾ ਗਿਆ, ਮੈਂ ਤਾਂ ਕੋਈ ਵੱਖਰੀ ਪਾਰਟੀ ਨਹੀਂ ਬਣਾਈ, ਮੈਂ ਤਾਂ ਕੋਈ ਜਾ ਕੇ ਕਿਸ ਤਰ੍ਹਾਂ 'ਤੇ ਹੋਰ ਨਹੀਂ ਕਿਹਾ, ਮੈਂ ਨਹੀਂ ਕਿਹਾ ਮੈਨੂੰ ਅਪਮਾਨਿਤ ਹੋਇਆ। ਬੈਠੇ ਹਾਂ ਕਾਂਗਰਸ ਪਾਰਟੀ ਵਿੱਚ ਬੈਠੇ ਹਾਂ। ਇਹ ਤਾਂ ਇੱਕ ਪਾਰਟ ਹੈਗਾ। ਦੂਜਾ ਪਾਰਟ ਜਿਹੜਾ ਮੈਂ ਕਹਿੰਦੀ ਹਾਂ, ਸਰਕਾਰ ਜਿਹੜੀ ਨਵੀਂ ਹੁਣ ਬਣੀ ਹੈ, ਇਹਨਾਂ ਨੂੰ ਵੀ ਮੈਂ ਇਹਦੀ ਸ਼ਲਾਘਾ ਇਸ ਕਰਕੇ ਕਰਨਾ ਚਾਹੁੰਦੀ ਹਾਂ ਕਿ ਜੋ ਅਸੀਂ ਸੋਚਿਆ ਉਸ ਤੋਂ ਵੱਧ ਚੰਗੀ ਸਪੀਡ 'ਤੇ ਚੱਲ ਰਹੇ ਨੇ। ਅੱਛਾ ਫੈਸਲਾ ਲਿਆ ਸਾਡੀ ਹਾਈ ਕਮਾਂਡ ਨੇ। ਚਰਨਜੀਤ ਚੰਨੀ ਉਹਨਾਂ ਨੂੰ CM ਬਣਾਇਆ, ਜਿਨ੍ਹਾਂ ਨੂੰ ਸਾਰਾ ਕੁਝ ਪੁੱਛਣ ਤੋਂ ਅਫਸਰਾਂ ਤੋਂ ਲੋੜ ਨਹੀਂ। ਉਹਨਾਂ ਨੂੰ ਖੁਦ ਪਤਾ ਹੈ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਕਿਵੇਂ ਜਿਉਂਦੇ ਆ, ਕਿਵੇਂ ਬਸਦੇ, ਕੀ ਜ਼ਰੂਰਤਾਂ ਨੇਗੀਆਂ। ਔਰ ਇਹ ਸਾਰੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਜਿਵੇਂ ਆ ਜਿਹੜੇ 4-5 ਫੈਸਲੇ ਕੀਤੇ ਆ, ਮੇਰੇ ਉੱਥੇ ਪਏ ਆ ਕਾਗਜ਼, ਉਹਦੇ ਵਿੱਚ ਇਹਨਾਂ ਨੇ ਕੀਤੇ ਜਿਵੇਂ 3 ਜਿਹੜੇ ਕੀਤੇ ਹੈਗੇ ਨੇ ਆਪਣਾ ਫੈਸਲੇ। ਆਪਣਾ ਘਰ ਜਿਹਨੂੰ ਕਹਿੰਦੇ ਲਾਲ ਲਕੀਰ ਦੇ ਅੰਡਰ ਵਾਲਾ, ਉਹ ਕੀਤਾ ਹੈ। ਜਿਹੜੇ ਕਾਂਗਰਸ ਦੇ ਫੰਕਸ਼ਨਾਂ 'ਚ ਨਹੀਂ ਹੁੰਦੇ, ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਕਾਂਗਰਸ ਇਕਜੁੱਟ ਹੈ? ਬਿਲਕੁਲ ਇਕਜੁੱਟ ਹੈ ਕਾਂਗਰਸ ਪਾਰਟੀ, ਦਿਆਨਤਦਾਰੀ ਨਾਲ। ਕਿਉਂਕਿ ਮੇਰਾ ਪਹਿਲਾਂ ਪ੍ਰੋਗਰਾਮ ਬਣ ਰਿਹਾ ਸੀ ਜਾਣ ਦਾ ਕਿ ਮੈਂ ਜਾਊਂਗਾ ਉੱਥੇ ਵਿਆਹ 7 ਵਜੇ, ਵੀ ਇੱਥੇ ਅੱਜ ਨਹੀਂ ਮਿਲਣਾ, ਕੱਲ੍ਹ ਮਿਲਣਾ ਹੈ। ਅੱਜ ਸੈਸ਼ਨ ਚੱਲ ਰਿਹਾ ਹੈ, ਚਾਹੇ ਇੱਥੇ ਵਿਜੇਂਦਰ ਹੋਣਗੇ, ਚਾਹੇ ਕੋਈ ਹੈ, ਚਾਹੇ ਦੂਜੀ ਉਹਦੀ ਗੱਲ ਕਰ ਰਹੇ ਲਾਈਨ ਦੀ ਦੂਸਰੀ ਕਤਾਰ ਦੀ। ਮੈਂ ਪਹਿਲੀ ਕਤਾਰ ਜਿਹਨੂੰ ਇਨਫਾਰਮ ਕਰੂੰ ਉਹੀ ਆਉਣਗੇ ਨਾ। ਮੈਂ ਇਸ ਕਰਕੇ ਕਿ ਮੇਰਾ ਜੇ ਅੱਗਾ ਪਿੱਛਾ ਹੋ ਨਹੀਂ ਸੀ ਰਿਹਾ ਕਿ ਆਉਣਾ ਹੈ ਵੇਲੇ ਸਿਰ ਪਹੁੰਚਣਾ। ਜਿਵੇਂ ਥੋੜੀ ਲੇਟ ਹੋਈਆਂ 15-20 ਮਿੰਟ, ਅਜੇ ਮੈਨੂੰ ਲੱਗਦਾ ਸੀ ਕਿ ਲੇਟ ਹੋਣਾ, ਤਾਂ ਸੌਰੀ ਫੀਲ ਨਾ ਕਿਤੇ ਕਰਨਾ ਪਵੇ। ਖੜੇ ਪੈਰ ਜੇ ਕਿਸੇ ਬੰਦੇ ਨੇ ਲੋਕਲ ਪਤਾ ਲੱਗ ਗਿਆ ਤਾਂ ਉਹ ਆਏ ਨੇ। ਮੈਂ ਕਿਸੇ ਨੂੰ ਵੀ ਇਨਫਾਰਮ ਨਹੀਂ ਕੀਤਾ ਵਾ, ਨਾਟ ਏ ਸਿੰਗਲ। ਮੈਂ ਜਿਹੜੇ ਜਿੰਨੇ ਸਾਂਝੇ ਪੰਜਾਬ ਦੇ ਮੁਲਾਜ਼ਮ, ਜੁਆਇੰਟ ਪੰਜਾਬ, ਉਹਨਾਂ ਦੇ ਸਾਰੇ ਮੁਲਾਜ਼ਮਾਂ ਦਾ 3 ਸਾਲਾਂ ਦਾ ਇਕੱਠਾ ਉਹਨਾਂ ਨੂੰ ਮੈਂ ਦਿੱਤਾ ਸੀਗਾ, ਜਿਹਨੂੰ ਉਹ ਕਹਿੰਦੇ ਆ ਬੋਨਸ। ਅੱਜ ਤੱਕ ਚੰਡੀਗੜ੍ਹ ਜਾਂ ਕੋਈ ਹਿਮਾਚਲ 'ਚ ਵੀ ਵਗ ਗਿਆ, ਕੋਈ ਬਦਲੀਆਂ ਹੋ ਕੇ ਸਾਰੇ ਮੁਲਾਜ਼ਮਾਂ ਪੁੱਛੇ, ਇਹਦਾ ਨੋਟੀਫਿਕੇਸ਼ਨ ਹੋਇਆ। 7 ਫੈਸਲੇ ਕਿਸਾਨਾਂ ਦੇ ਹੱਕ 'ਚ ਲਏ ਸੀ। ਕੀ ਲਿਆ ਸੀ ਕਿ ਸਾਨੂੰ ਜਿਹੜੇ ਹੈਗੇ ਨੇ 7 ਏਕੜ ਤੋਂ ਥੱਲੇ ਬਿਜਲੀ ਪਾਣੀ ਮਾਫ, 5 ਏਕੜ ਤੋਂ ਥੱਲੇ ਵਾਲਿਆਂ ਨੂੰ ਜਿਹੜਾ ਵੀ ਅਸੀਂ ਦੇਣਾ ਹੈਗਾ, ਆ ਹੁੰਦੀਆਂ ਨਾ ਹੁਣ ਬਾਰਿਸ਼ਾਂ ਨਾਲ ਖਰਾਬ ਹੋਇਆ, ਗੜ੍ਹਿਆਂ ਨਾਲ ਖਰਾਬ ਹੋਈਆਂ ਫਸਲਾਂ, ਉਹ ਸਾਨੂੰ ਮੁਆਵਜ਼ਾ ਘੱਟ ਮਿਲਦਾ ਅਤੇ ਅਸੀਂ ਸਰਕਾਰੀ ਖਰਚੇ 'ਤੇ ਉਹਨਾਂ ਦੀਆਂ ਕਿਸ਼ਤਾਂ ਭੇਜਾਂਗੇ। ਜਿਹੜੀ ਅਸੀਂ ਬੀਮਾ ਸਕੀਮ ਕਰਾਉਣੀ ਹੈ, ਜ਼ਬਰਦਸਤੀ ਕੋਈ ਸਾਡੀ ਲੈਂਡ ਨਹੀਂ ਲੈ ਸਕੂਗਾ। ਉਹ ਬੋਰਡ ਬਣਾਏ ਸੀ, ਸਾਰੀਆਂ ਰਜਿਸਟਰੀਆਂ ਸਾਰੀਆਂ ਫ੍ਰੀ ਖਰਚੇ 'ਤੇ ਪਾਸ ਕੀਤੀਆਂ। 96